नमस्कार, खबरें दिस बुलेटिन में ਤੁਹਾਡਾ स्वागत है। मैं ਹਾਂ ਪਰਮਿੰਦਰ ਸਿੰਘ। ਪਹਿਲਾਂ ਪੇਸ਼ ਨੇ ਚੋਣਵੀਆਂ ਖਬਰਾਂ। ਭਾਰਤ ਵਿੱਚ ਅੱਜ ਦੁਨੀਆ ਦਾ ਸਭ ਤੋਂ ਵੱਡਾ ਕਰੋਨਾ ਟੀਕਾਕਰਨ ਅਭਿਆਨ ਸ਼ੁਰੂ ਹੋਇਆ। ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਵਿੱਚ ਬਣੇ ਟੀਕੇ ਵਿਦੇਸ਼ੀ ਟੀਕਿਆਂ ਨਾਲੋਂ ਸਸਤੇ ਨੇ, ਪਰ ਇਹਨਾਂ ਦੀ ਗੁਣਵੱਤਾ ਵਿੱਚ ਕੋਈ ਕਮੀ ਨਹੀਂ ਹੈ। ਪ੍ਰਧਾਨ ਮੰਤਰੀ ਨੇ ਦਵਾਈ ਵੀ ਸਖਤਾਈ ਵੀ ਦਾ ਮੰਤਰ ਦਿੰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਹਿਲੀ ਖੁਰਾਕ ਲੈਣ ਤੋਂ ਬਾਅਦ ਮਾਸਕ ਦਾ ਇਸਤੇਮਾਲ ਕਰਦੇ ਰਹਿਣ ਅਤੇ ਸੁਰੱਖਿਅਤ ਦੂਰੀ ਬਣਾ ਕੇ ਰੱਖਣ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੋਹਾਲੀ ਦੇ ਸਿਵਲ ਹਸਪਤਾਲ ਵਿੱਚ ਕਰੋਨਾ ਟੀਕਾਕਰਨ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਪੰਜਾਬ ਦੇ ਸਰਕਾਰੀ ਅਤੇ ਪ੍ਰਾਈਵੇਟ ਸਿਹਤ ਸੰਭਾਲ ਸੈਂਟਰਾਂ ਅਤੇ ਹਸਪਤਾਲਾਂ ਵਿੱਚ 1,74,000 ਸਿਹਤ ਕਾਮਿਆਂ ਦੇ ਟੀਕਾਕਰਨ ਦਾ ਅਮਲ ਸ਼ੁਰੂ। ਅੰਮ੍ਰਿਤਸਰ ਜ਼ਿਲ੍ਹੇ ਵਿੱਚ ਕੋਵਿਡ ਵੈਕਸੀਨੇਸ਼ਨ ਦੀ ਸ਼ੁਰੂਆਤ ਪੰਜਾਬ ਦੇ ਡਾਕਟਰੀ ਸਿੱਖਿਆ ਅਤੇ ਖੋਜ ਮੰਤਰੀ OP ਸੋਨੀ ਨੇ ਕੀਤੀ। ਬਠਿੰਡਾ ਵਿੱਚ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕੋਵਿਡ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ। ਸਭ ਤੋਂ ਪਹਿਲਾ ਟੀਕਾ ਏਮਜ਼ ਬਠਿੰਡਾ ਦੇ ਡਾਇਰੈਕਟਰ ਡਾਕਟਰ DK ਸਿੰਘ ਨੇ, ਜਦਕਿ ਦੂਜਾ ਟੀਕਾ ਬਠਿੰਡਾ ਦੇ ਸਿਵਲ ਸਰਜਨ ਡਾਕਟਰ ਤੇਜਵੰਤ ਸਿੰਘ ਨੇ ਲਗਵਾਇਆ। ਜਲੰਧਰ ਵਿੱਚ ਵੀ ਅੱਜ ਸਿਵਲ ਹਸਪਤਾਲ ਤੋਂ ਕਰੋਨਾ ਟੀਕਾਕਰਨ ਦੀ ਸ਼ੁਰੂਆਤ ਹੋਈ। ਸਭ ਤੋਂ ਪਹਿਲਾਂ ਜਲੰਧਰ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਕਸ਼ਮੀਰੀ ਲਾਲ ਨੇ ਕਰੋਨਾ ਟੀਕਾ ਲਗਵਾਇਆ। ਲਾਭਪਾਤਰੀਆਂ ਨੇ ਲੋਕਾਂ ਨੂੰ ਕਰੋਨਾ ਟੀਕੇ ਤੋਂ ਬਿਲਕੁਲ ਵੀ ਨਾ ਘਬਰਾਉਣ ਦੀ ਅਪੀਲ ਕੀਤੀ। ਲੁਧਿਆਣਾ ਵਿੱਚ ਕੋਵਿਡ ਟੀਕਾਕਰਨ ਦੀ ਸ਼ੁਰੂਆਤ ਪੰਜਾਬ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕੀਤੀ। ਫਤਿਹਗੜ੍ਹ ਸਾਹਿਬ ਦੇ ਸਿਵਲ ਹਸਪਤਾਲ ਵਿੱਚ ਡਿਪਟੀ ਕਮਿਸ਼ਨਰ ਅੰਮ੍ਰਿਤ ਕੌਰ ਗਿੱਲ ਦੀ ਹਾਜ਼ਰੀ ਵਿੱਚ ਕੋਵਿਡ ਟੀਕਾਕਰਨ ਦੀ ਸ਼ੁਰੂਆਤ ਹੋਈ। ਤੇ ਹੁਣ ਖਬਰਾਂ ਵਿਸਥਾਰ ਨਾਲ। ਭਾਰਤ ਵਿੱਚ ਅੱਜ ਦੁਨੀਆ ਦਾ ਸਭ ਤੋਂ ਵੱਡਾ ਕਰੋਨਾ ਟੀਕਾਕਰਨ ਅਭਿਆਨ ਸ਼ੁਰੂ ਹੋਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ ਤੋਂ ਵਰਚੁਅਲ ਮਾਧਿਅਮ ਰਾਹੀਂ ਇਸ ਦੇਸ਼ ਵਿਆਪੀ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦਾ COVID-19 ਟੀਕਾਕਰਨ ਪ੍ਰੋਗਰਾਮ ਮਨੁੱਖੀ ਸਿਧਾਂਤਾਂ ਦੇ ਆਧਾਰ ਤੇ। ਉਹਨਾਂ ਕਿਹਾ ਕਿ ਇਸ ਵਿੱਚ ਉਹਨਾਂ ਲੋਕਾਂ ਨੂੰ ਪਹਿਲ ਦਿੱਤੀ ਜਾਵੇਗੀ ਜਿਨ੍ਹਾਂ ਨੂੰ ਇਸ ਬਿਮਾਰੀ ਦਾ ਸਭ ਤੋਂ ਵੱਧ ਖਤਰਾ ਹੈ। ਉਹਨਾਂ ਦੱਸਿਆ ਕਿ ਮੁਹਿੰਮ ਦੇ ਪਹਿਲੇ ਪੜਾਅ ਤਹਿਤ 3 ਕਰੋੜ ਲੋਕਾਂ ਦਾ ਟੀਕਾਕਰਨ ਕੀਤਾ ਜਾਵੇਗਾ। ਦੂਜੇ ਪੜਾਅ ਤਹਿਤ 30 ਕਰੋੜ ਲੋਕਾਂ ਨੂੰ ਟੀਕੇ ਲਗਾਏ ਜਾਣਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਨੀਆ ਵਿੱਚ ਸਿਰਫ 3 ਦੇਸ਼ ਅਜਿਹੇ ਨੇ ਜਿਨ੍ਹਾਂ ਦੀ ਜਨਸੰਖਿਆ 30 ਕਰੋੜ ਤੋਂ ਵੱਧ ਹੈ। ਇਨ੍ਹਾਂ ਵਿੱਚ ਭਾਰਤ, ਚੀਨ ਅਤੇ ਅਮਰੀਕਾ ਸ਼ਾਮਲ ਨੇ। कई महीनों से कोरोना के खिलाफ वैक्सीन बनाने में जुटे थे, दिन रात जुटे थे। न उन्होंने त्योहार देखा है, न उन्होंने दिन देखा है, न उन्होंने रात देखी है। आमतौर पर एक वैक्सीन बनाने में बरसों लग जाते हैं, लेकिन इतने कम समय में एक नहीं 2 मेड इन इंडिया वैक्सीन तैयार हुई है। ਪ੍ਰਧਾਨ ਮੰਤਰੀ ਨੇ ਪਿਛਲੇ ਕਈ ਮਹੀਨਿਆਂ ਤੋਂ ਕਰੋਨਾ ਟੀਕਾ ਬਣਾਉਣ ਵਿੱਚ ਜੁਟੇ ਵਿਗਿਆਨਕਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇੰਨੇ ਘੱਟ ਸਮੇਂ ਵਿੱਚ ਦੇਸ਼ ਵਿੱਚ 2 ਟੀਕੇ ਤਿਆਰ ਕਰਨਾ ਫਖਰ ਵਾਲੀ ਗੱਲ ਹੈ। ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਵਿੱਚ ਬਣੇ ਟੀਕੇ ਵਿਦੇਸ਼ੀ ਟੀਕਿਆਂ ਨਾਲੋਂ ਸਸਤੇ ਨੇ, ਪਰ ਇਹਨਾਂ ਦੀ ਗੁਣਵੱਤਾ ਵਿੱਚ ਕੋਈ ਕਮੀ ਨਹੀਂ ਹੈ। ਉਹਨਾਂ ਕਿਹਾ ਕਿ ਵਿਦੇਸ਼ਾਂ ਵਿੱਚ ਬਣੇ ਕੁਝ ਟੀਕਿਆਂ ਦੀ ਇੱਕ ਖੁਰਾਕ ਦੀ ਕੀਮਤ 5,000 ਰੁਪਏ ਤੱਕ ਹੈ, ਜਦਕਿ ਭਾਰਤ ਵਿੱਚ ਇਹਨਾਂ ਦੀ ਕੀਮਤ ਕਾਫੀ ਘੱਟ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤੀ ਟੀਕਿਆਂ ਨੂੰ ਆਪਣੀ ਗੁਣਵੱਤਾ ਕਾਰਨ ਦੁਨੀਆ ਵਿੱਚ ਭਰੋਸੇਯੋਗਤਾ ਹਾਸਲ ਹੈ। ਉਹਨਾਂ ਕਿਹਾ ਕਿ ਵਿਗਿਆਨੀਆਂ ਨੇ ਭਾਰਤ ਵਿੱਚ ਬਣੇ ਟੀਕਿਆਂ ਦੇ ਪ੍ਰਭਾਵਾਂ ਤੋਂ ਸੰਤੁਸ਼ਟ ਹੋਣ ਤੋਂ ਬਾਅਦ ਹੀ ਇਹਨਾਂ ਨੂੰ ਮਨਜ਼ੂਰੀ ਦਿੱਤੀ ਹੈ। ਉਹਨਾਂ ਲੋਕਾਂ ਨੂੰ ਅਫਵਾਹਾਂ ਅਤੇ ਟੀਕੇ ਬਾਰੇ ਭਰਮ ਪ੍ਰਚਾਰ ਤੋਂ ਗੁੰਮਰਾਹ ਨਾ ਹੋਣ ਦੀ ਅਪੀਲ ਕੀਤੀ। प्राथमिकता पर लगेगी। इसके बाद उन लोगों को टीका लगाया जाएगा जिन पर जरूरी सेवाओं और देश की रक्षा या कानून व्यवस्था की जिम्मेदारी है। जैसे हमारे सुरक्षा बल हो गए, पुलिसकर्मी हो गए, फायर ब्रिगेड के लोग हो गए, सफाई कर्मचारी हो गए, इन सभी को ये वैक्सीन प्राथमिकता पर लगेगी।
ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਵਿਡ ਟੀਕਿਆਂ ਦੀਆਂ 2 ਖੁਰਾਕਾਂ ਲੈਣੀਆਂ ਜ਼ਰੂਰੀ ਨੇ ਅਤੇ ਇਹਨਾਂ ਦੋਹਾਂ ਵਿਚਾਲੇ ਲਗਭਗ 1 ਮਹੀਨੇ ਦਾ ਅੰਤਰ ਹੋਣਾ ਚਾਹੀਦਾ ਹੈ। ਟੀਕੇ ਦੀ ਦੂਜੀ ਖੁਰਾਕ ਦੇ ਸਿਰਫ 2 ਹਫ਼ਤਿਆਂ ਬਾਅਦ ਕੋਰੋਨਾ ਤੋਂ ਲੜਨ ਦੀ ਸਮਰੱਥਾ ਵਿਕਸਿਤ ਹੋ ਜਾਵੇਗੀ। ਨਰਿੰਦਰ ਮੋਦੀ ਨੇ ਦਵਾਈ ਵੀ ਸਖਤਾਈ ਵੀ ਦਾ ਮੰਤਰ ਦਿੰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਹਿਲੀ ਖੁਰਾਕ ਲੈਣ ਤੋਂ ਬਾਅਦ ਮਾਸਕ ਦਾ ਇਸਤੇਮਾਲ ਉਸੇ ਤਰ੍ਹਾਂ ਕਰਦੇ ਰਹਿਣ ਅਤੇ ਸੁਰੱਖਿਅਤ ਦੂਰੀ ਵੀ ਬਣਾ ਕੇ ਰੱਖਣ। ਕੌਮੀ ਪੱਧਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੋਵਿਡ ਵੈਕਸੀਨ ਅਭਿਆਨ ਦੀ ਸ਼ੁਰੂਆਤ ਕਰਨ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਵੇਰੇ 11:30 ਵਜੇ ਸੂਬੇ ਦੇ ਵੱਖ-ਵੱਖ ਵੈਕਸੀਨ ਸੈਂਟਰਾਂ ਵਿੱਚ ਨਾਲ ਜੁੜ ਕੇ ਟੀਕਾਕਰਨ ਪ੍ਰੋਗਰਾਮ ਦੀ ਸ਼ੁਰੂਆਤ ਕਰਵਾਈ। ਮੋਹਾਲੀ ਦੇ ਸਿਵਲ ਹਸਪਤਾਲ ਵਿੱਚ ਟੀਕਾਕਰਨ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਪੰਜਾਬ ਦੇ ਪ੍ਰਿੰਸੀਪਲ ਸਿਹਤ ਸਕੱਤਰ ਹੁਸਨ ਲਾਲ ਅਤੇ ਹੋਰ ਉੱਚ ਅਧਿਕਾਰੀ ਮੌਜੂਦ ਸਨ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਅੱਜ ਤੋਂ ਪੰਜਾਬ ਦੇ ਸਰਕਾਰੀ ਅਤੇ ਪ੍ਰਾਈਵੇਟ ਸਿਹਤ ਸੰਭਾਲ ਸੈਂਟਰਾਂ ਅਤੇ ਹਸਪਤਾਲਾਂ ਵਿੱਚ 1,74,000 ਸਿਹਤ ਕਾਮਿਆਂ ਦੇ ਟੀਕਾਕਰਨ ਦਾ ਅਮਲ ਸ਼ੁਰੂ ਹੋ ਗਿਆ ਹੈ। ਮੁੱਖ ਮੰਤਰੀ ਨੇ ਸਿਵਲ ਹਸਪਤਾਲ ਦੀ ਐਮਰਜੈਂਸੀ ਵਿੱਚ ਕੋਵਿਡ ਟੀਕਾਕਰਨ ਦੀ ਨਿਗਰਾਨੀ ਕੀਤੀ। ਪੰਜਾਬ ਦੇ ਡਾਇਰੈਕਟਰ ਸਿਹਤ ਵਿਭਾਗ ਡਾਕਟਰ ਗੁਰਿੰਦਰਬੀਰ ਸਿੰਘ ਨੇ ਕੋਵਿਡ ਟੀਕਾਕਰਨ ਸ਼ੁਰੂ ਹੋਣ ਤੇ ਸਾਰਿਆਂ ਨੂੰ ਵਧਾਈ ਦਿੱਤੀ ਤੇ ਲੋਕਾਂ ਨੂੰ ਟੀਕਾਕਰਨ ਲਈ ਬੇਝਿਜਕ ਅੱਗੇ ਆਉਣ ਲਈ ਕਿਹਾ। ਕੋਵਿਡ ਟੀਕਾ ਲਗਵਾਉਣ ਵਾਲੇ ਡਾਕਟਰਾਂ ਤੇ ਮਹਿਕਮੇ ਦੇ ਹੋਰ ਸਿਹਤ ਵਰਕਰਾਂ ਨੇ ਪ੍ਰਸਾਰ ਭਾਰਤੀ ਨਾਲ ਗੱਲਬਾਤ ਦੌਰਾਨ ਕਿਹਾ ਹੈ ਕਿ ਉਹਨਾਂ ਨੂੰ ਟੀਕਾ ਲਗਵਾਉਣ ਤੋਂ ਬਾਅਦ ਕੋਈ ਵੀ ਤਕਲੀਫ ਨਹੀਂ ਹੋਈ ਅਤੇ ਟੀਕਾ ਲਗਵਾ ਕੇ ਉਹ ਬਹੁਤ ਖੁਸ਼ ਨੇ। ਸਾਰੇ ਪੰਜਾਬ ਦੇ ਵਾਸੀਆਂ ਵਾਸਤੇ ਕੋਵਿਡ-19 ਦੇ ਅਗੇਂਸਟ ਵੈਕਸੀਨ ਦੀ ਸ਼ੁਰੂਆਤ ਕੀਤੀ ਹੈ ਔਰ ਇਹ ਵੈਕਸੀਨ ਜਿਹੜਾ ਹੈ ਇਹ ਸਾਨੂੰ ਉਮੀਦ ਹੈ ਕਿ ਸਾਡੇ ਸਾਰੇ ਲੋਕਾਂ ਨੂੰ ਕੋਵਿਡ ਦੀ ਬਿਮਾਰੀ ਤੋਂ ਬਚਾਉਣ ਲਈ ਕੰਮ ਕਰੇਗਾ। ਅੱਜ 16 ਤਰੀਕ ਵੈਕਸੀਨ ਸਾਡੇ ਸੈਂਟਰ ਤੋਂ ਪਹਿਲੀ ਵਾਰ ਸ਼ੁਰੂ ਹੋਈ ਹੈ ਪੰਜਾਬ 'ਚ, ਜਿਹਦੇ ਲਈ ਸਾਡੇ ਮਾਨਯੋਗ ਮੁੱਖ ਮੰਤਰੀ ਆਏ ਸੀਗੇ ਜਿਨ੍ਹਾਂ ਨੇ ਇਹਦੀ ਸ਼ੁਰੂਆਤ ਕੀਤੀ ਹੈ। ਹੁਣ ਇਸ ਤੋਂ ਬਾਅਦ ਸਾਰੇ ਪੰਜਾਬ ਦੇ ਵੱਖ-ਵੱਖ ਜਿਹੜੇ ਜਗ੍ਹਾ ਤੇ ਹੈਲਥ ਵਰਕਰਸ ਨੇ ਉਹਨਾਂ ਦੇ ਸ਼ੁਰੂ ਹੋਏਗੀ ਅੱਜ ਤੋਂ, ਫਿਰ ਅਗਲੇ ਫੇਜ਼ਸ 'ਚ ਸਟੈਪ ਵਾਈਜ਼ ਸਭ ਦੇ ਲੱਗੇਗੀ। ਅੰਮ੍ਰਿਤਸਰ ਜ਼ਿਲ੍ਹੇ ਵਿੱਚ ਕੋਵਿਡ ਵੈਕਸੀਨੇਸ਼ਨ ਦੀ ਸ਼ੁਰੂਆਤ ਸਮੇਂ ਪੰਜਾਬ ਦੇ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ OP ਸੋਨੀ ਮੌਜੂਦ ਰਹੇ। ਸਿਵਲ ਹਸਪਤਾਲ ਅੰਮ੍ਰਿਤਸਰ ਵਿਖੇ ਉਹਨਾਂ ਵੱਲੋਂ ਟੀਕਾਕਰਨ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਸਭ ਤੋਂ ਪਹਿਲਾਂ ਕੋਵਿਡ ਟੀਕਾ ਸਿਹਤ ਵਿਭਾਗ ਦੇ ਲੈਬ ਟੈਕਨੀਸ਼ੀਅਨ ਰਾਜੇਸ਼ ਸ਼ਰਮਾ ਨੂੰ ਲਗਾਇਆ ਗਿਆ। ਉਹਨਾਂ ਤੋਂ ਇਲਾਵਾ ਸ਼ੁਰੂ ਵਿੱਚ ਟੀਕਾ ਲਗਵਾਉਣ ਵਾਲਿਆਂ ਵਿੱਚ ਮੈਡੀਕਲ ਅਫਸਰ ਡਾਕਟਰ ਕਰਨ ਮਹਿਰਾ, ਡਾਕਟਰ ਦਿਗਵਿਜੇ ਅਤੇ ਡਾਕਟਰ ਸਮੀਰ ਸ਼ਰਮਾ ਆਦਿ ਸ਼ਾਮਲ ਸਨ। OP ਸੋਨੀ ਨੇ ਦੱਸਿਆ ਕਿ ਪੰਜਾਬ ਭਰ ਵਿੱਚ ਅਗਲੇ 5 ਦਿਨਾਂ ਦੌਰਾਨ 59 ਚੋਣਵੀਆਂ ਥਾਵਾਂ ਤੇ ਕੋਵਿਡ ਟੀਕਾਕਰਨ ਕੀਤਾ ਜਾਵੇਗਾ। 1,74,000 ਸਿਹਤ ਕਾਮਿਆਂ ਨੂੰ ਟੀਕੇ ਲਗਾਉਣ ਲਈ 2,04,500 ਕੋਵਿਸ਼ੀਲਡ ਖੁਰਾਕਾਂ ਪ੍ਰਾਪਤ ਹੋਈਆਂ ਨੇ। ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਨੇ ਦੱਸਿਆ ਕਿ ਅੱਜ ਜ਼ਿਲ੍ਹੇ ਦੇ 3 ਟੀਕਾਕਰਨ ਥਾਵਾਂ ਸਿਵਲ ਹਸਪਤਾਲ, ਸਰਕਾਰੀ ਮੈਡੀਕਲ ਕਾਲਜ ਅਤੇ CHC ਵੇਰਕਾ ਵਿੱਚ ਟੀਕਾਕਰਨ ਕੀਤਾ ਗਿਆ। ਬਠਿੰਡਾ ਵਿੱਚ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕੋਵਿਡ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ। ਸਭ ਤੋਂ ਪਹਿਲਾ ਟੀਕਾ ਏਮਜ਼ ਬਠਿੰਡਾ ਦੇ ਡਾਇਰੈਕਟਰ ਡਾਕਟਰ DK ਸਿੰਘ ਨੇ ਲਗਵਾਇਆ, ਜਦਕਿ ਦੂਜਾ ਟੀਕਾ ਲਗਵਾਉਣ ਵਾਲੇ ਬਠਿੰਡਾ ਦੇ ਸਿਵਲ ਸਰਜਨ ਡਾਕਟਰ ਤੇਜਵੰਤ ਸਿੰਘ ਸਨ। ਇਸ ਮੌਕੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਲੰਮੇ ਸਮੇਂ ਬਾਅਦ ਹੱਲ ਮਿਲਿਆ ਹੈ ਅਤੇ ਇਹ ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਹੈ। ਉਹਨਾਂ ਕਿਹਾ ਕਿ ਏਮਜ਼ ਸੰਸਥਾ ਦੇ ਡਾਇਰੈਕਟਰ ਡਾਕਟਰ DK ਸਿੰਘ ਨੇ ਸਭ ਤੋਂ ਪਹਿਲਾ ਟੀਕਾ ਲਗਵਾ ਕੇ ਆਮ ਲੋਕਾਂ ਨੂੰ ਇੱਕ ਸੰਦੇਸ਼ ਦਿੱਤਾ ਹੈ ਕਿ ਭਾਰਤ ਵਿੱਚ ਬਣੀ ਇਹ ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਹੈ। ਸਭ ਅੱਜ ਬਠਿੰਡੇ ਦੇ ਔਰ ਪ੍ਰੋਟੋਕਾਲ ਇਹ ਬਣਾਇਆ ਗਿਆ ਹੈ ਕਿ ਜਿਹੜੇ ਫਰੰਟ ਲਾਈਨ ਹੈਲਥ ਵਰਕਰਸ ਹੈ, ਜਿਹੜੇ ਕਿ ਮਹਿਕਮਾ ਸਿਹਤ ਸਰਕਾਰੀ ਜਿਹੜੇ ਕੰਮ ਕਰਦੇ ਹੈ ਮੁਲਾਜ਼ਮੀਨ, ਸਭ ਤੋਂ ਪਹਿਲਾਂ ਉਹਨਾਂ ਨੂੰ ਹਿਫਾਜ਼ਤੀ ਟੀਕੇ ਲੱਗਣਗੇ। ਉਸ ਤੋਂ ਬਾਅਦ ਜਿਹੜੇ ਹੈ ਉਹ ਫਿਰ ਜਨਰਲ ਪਬਲਿਕ ਨੂੰ ਸ਼ੁਰੂ ਕਰਾਂਗੇ। ਔਰ ਏਮਜ਼ ਦੇ ਡਾਇਰੈਕਟਰ ਡਾਕਟਰ DK ਸਿੰਘ ਅਤੇ ਸਿਵਲ ਸਰਜਨ ਡਾਕਟਰ ਤੇਜਵੰਤ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਟੀਕਾ ਲਗਵਾਉਣ ਤੋਂ ਬਾਅਦ ਕਿਸੇ ਕਿਸਮ ਦਾ ਕੋਈ ਦਰਦ ਜਾਂ ਕੋਈ ਹੋਰ ਸਰੀਰਕ ਪਰੇਸ਼ਾਨੀ ਮਹਿਸੂਸ ਨਹੀਂ ਹੋ ਰਹੀ ਅਤੇ ਲੋਕਾਂ ਨੂੰ ਅਫਵਾਹਾਂ ਤੋਂ ਬਚਣਾ ਚਾਹੀਦਾ ਹੈ। ਡਾਕਟਰ DK ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬਿਨਾਂ ਕਿਸੇ ਡਰ ਦੇ ਵੈਕਸੀਨ लगवाएं। इससे जो आम लोगों पर यह मैसेज जरूर जाना चाहिए कि वैक्सीन सेफ है, कोई दिक्कत नहीं है। जब जब आपका नंबर आए, जब आपको सूचना मिले वैक्सीन के लिए, जब आपको बुलाया जाए तब आप जरूर आके वैक्सीन लगाएं। आपको मालूम है कि पहले चरण में हेल्थ वर्कर्स को दिया जा रहा है, उस चरण पूरा होने के बाद जो भारत सरकार की गाइडलाइन आएगी उस हिसाब से वैक्सीन दिया जाएगा। नहीं, ऐसी कोई बात नहीं है। आपके सामने मैं खड़ा हूँ, वैक्सीन लगे हुए मुझे करीब 10 मिनट हो गए हैं। ऐसी कोई मुझे परेशानी नहीं है। मैं खुद डॉक्टर हूँ, इसलिए अगर कोई परेशानी होगी तो हमें महसूस हो जाएगी। ऐसी कोई दिक्कत नहीं है। ਅੱਜ ਮੈਂ ਕੋਵਿਡ ਦਾ ਟੀਕਾਕਰਨ ਦਾ ਉਦਘਾਟਨ ਜਿਵੇਂ ਪ੍ਰਾਈਮ ਮਿਨਿਸਟਰ ਜੀ ਤੇ ਉਸ ਤੋਂ ਬਾਅਦ ਸਾਡੇ ਚੀਫ ਮਿਨਿਸਟਰ ਸਾਹਿਬ ਨੇ ਕੀਤਾ। ਮੈਂ ਆਪਦੇ ਬਠਿੰਡੇ ਵਿੱਚ ਇੱਥੇ ਆਪਣਾ ਇੰਜੈਕਸ਼ਨ ਲਵਾਇਆ, ਡਾਇਰੈਕਟਰ ਐਗਜ਼ੀਕਿਊਟਿਵ ਡਾਇਰੈਕਟਰ ਸਾਹਿਬ ਨੇ ਵੀ ਲਵਾਇਆ। ਅਸੀਂ ਦੋਵੇਂ ਸਾਨੂੰ ਕੋਈ ਘਬਰਾਹਟ ਨਹੀਂ, ਬਿਲਕੁਲ ਸੇਫ।
ਜਲੰਧਰ ਵਿੱਚ ਵੀ ਅੱਜ ਸਿਵਲ ਹਸਪਤਾਲ ਤੋਂ ਕਰੋਨਾ ਟੀਕਾਕਰਨ ਦੀ ਸ਼ੁਰੂਆਤ ਹੋਈ। ਸਭ ਤੋਂ ਪਹਿਲਾਂ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਕਸ਼ਮੀਰੀ ਲਾਲ ਨੇ ਕਰੋਨਾ ਟੀਕਾ ਲਗਵਾਇਆ। ਇਸ ਮੌਕੇ ਜ਼ਿਲ੍ਹੇ ਦੇ ਸਿਵਲ ਸਰਜਨ ਡਾਕਟਰ ਬਲਵੰਤ ਸਿੰਘ ਮੌਜੂਦ ਸਨ। ਟੀਕਾ ਲਗਵਾਉਣ ਮਗਰੋਂ ਡਾਕਟਰ ਕਸ਼ਮੀਰੀ ਲਾਲ ਨੇ ਕਰੋਨਾ ਟੀਕਾ ਲੱਗਣ ਤੇ ਖੁਸ਼ੀ ਜ਼ਾਹਰ ਕਰਦਿਆਂ ਆਪਣੇ ਆਪ ਨੂੰ ਖੁਸ਼ਕਿਸਮਤ ਦੱਸਿਆ। ਉਹਨਾਂ ਵਿਸ਼ਵ ਦੀ ਸਭ ਤੋਂ ਵੱਡੀ ਕੋਵਿਡ ਟੀਕਾਕਰਨ ਮੁਹਿੰਮ ਸ਼ੁਰੂ ਕਰਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ। ਇਸ ਟੀਕਾਕਰਨ ਦੌਰਾਨ ਮੈਡੀਕਲ ਅਤੇ ਪੈਰਾਮੈਡੀਕਲ ਸਟਾਫ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਸੀ। ਮਾਣ ਮਹਿਸੂਸ ਹੋ ਰਿਹਾ ਕਿ ਜਲੰਧਰ ਵਿੱਚ ਕਰੋਨਾ ਦਾ ਵੈਕਸੀਨ ਸਭ ਤੋਂ ਪਹਿਲਾਂ ਮੈਨੂੰ ਲਗਾਇਆ ਗਿਆ ਔਰ ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਆਪਾਂ ਕਰੋਨਾ ਜਾਂ ਵੈਕਸੀਨ ਵਿੱਚੋਂ ਆਪਾਂ ਨੂੰ ਵੈਕਸੀਨ ਜਿਹੜਾ ਨਾ ਉਹ ਚੁਣਨਾ ਚਾਹੀਦਾ ਤਾਂ ਕਿ ਜੇ ਆਪਾਂ ਵੈਕਸੀਨ ਲਵਾਵਾਂਗੇ ਤੇ ਆਪਣਾ ਕਰੋਨਾ ਦਾ ਬਚਾਅ ਹੋ ਸਕਦਾ। ਜਲੰਧਰ ਦੇ ਸਿਵਲ ਸਰਜਨ ਡਾਕਟਰ ਬਲਵੰਤ ਸਿੰਘ ਨੇ ਦੱਸਿਆ ਕਿ ਕੋਵਿਡ ਟੀਕਾਕਰਨ ਲਈ ਜ਼ਿਲ੍ਹੇ ਵਿੱਚ ਕੁੱਲ 29 ਸੈਂਟਰ ਬਣਾਏ ਗਏ, ਪਰ ਅੱਜ ਸ਼ੁਰੂਆਤੀ ਦਿਨ ਮੌਕੇ 3 ਸੈਂਟਰਾਂ ਤੇ ਹੀ ਕਰੋਨਾ ਦੇ ਟੀਕੇ ਲਗਾਏ ਗਏ, ਜਿਨ੍ਹਾਂ ਵਿੱਚ ਸਿਵਲ ਹਸਪਤਾਲ ਤੋਂ ਇਲਾਵਾ ਅਰਬਨ ਹੈਲਥ ਸੈਂਟਰ ਬਸਤੀ ਗੁੱਜਾ ਤੇ ਸਿਵਲ ਹਸਪਤਾਲ ਨਕੋਦਰ ਸ਼ਾਮਲ ਸਨ। ਜਲੰਧਰ ਦੇ ਬਸਤੀ ਗੁੱਜਾ ਸਥਿਤ ਅਰਬਨ ਹੈਲਥ ਸੈਂਟਰ ਵਿੱਚ ਸਿਹਤ ਕਰਮੀਆਂ ਦੇ ਟੀਕੇ ਲਗਾਏ ਜਾਣ ਸਮੇਂ ਸਮੂਹ ਸਟਾਫ ਨੇ ਤਾੜੀਆਂ ਵਜਾ ਕੇ ਉਹਨਾਂ ਦਾ ਸਵਾਗਤ ਕੀਤਾ। ਟੀਕਾ ਲਗਵਾਉਣ ਉਪਰੰਤ ਵੱਖ-ਵੱਖ ਲਾਭਪਾਤਰੀਆਂ ਨੇ ਖੁਸ਼ੀ ਦਾ ਇਜ਼ਹਾਰ ਕੀਤਾ। ਉਹਨਾਂ ਕਿਹਾ ਕਿ ਟੀਕਾ ਲਗਵਾਉਣ ਤੋਂ ਬਾਅਦ ਉਹਨਾਂ ਨੂੰ ਕੋਈ ਪਰੇਸ਼ਾਨੀ ਪੇਸ਼ ਨਹੀਂ ਆਈ ਅਤੇ ਉਹ ਹੋਰ ਲਾਭਪਾਤਰੀਆਂ ਨੂੰ ਅਪੀਲ ਕਰਨਗੇ ਕਿ ਉਹ ਟੀਕਾ ਜ਼ਰੂਰ ਲਗਵਾਉਣ। ਉਹਨਾਂ ਲੋਕਾਂ ਨੂੰ ਕੋਵਿਡ ਟੀਕਿਆਂ ਨੂੰ ਲੈ ਕੇ ਫੈਲਾਏ ਜਾ ਰਹੇ ਗੁੰਮਰਾਹਕੁਨ ਪ੍ਰਚਾਰ ਤੋਂ ਬਚਣ ਦੀ ਸਲਾਹ ਦਿੱਤੀ। ਟੀਕਾ ਲਗਵਾਉਣ ਵਾਲੇ ਇੱਕ ਹੋਰ ਲਾਭਪਾਤਰੀ ਡਾਕਟਰ ਬਲਜੀਤ ਕੁਮਾਰ ਨੇ ਕਿਹਾ ਕਿ ਕਰੋਨਾ ਟੀਕਾ ਲਾਉਣ ਤੋਂ ਬਾਅਦ ਹੁਣ ਸਾਰੇ ਬਹੁਤ ਸੁਰੱਖਿਅਤ ਮਹਿਸੂਸ ਕਰ ਰਹੇ ਨੇ। ਉਹਨਾਂ ਲੋਕਾਂ ਨੂੰ ਬਿਨਾਂ ਕਿਸੇ ਡਰ ਜਾਂ ਘਬਰਾਹਟ ਤੋਂ ਟੀਕਾ लगवाने की अपील की थी। हमारे फ्रंट लाइन वर्कर है, हेल्थ वर्करों को आज वैक्सीनेशन हो रही है, उसके लिए भारत सरकार और पंजाब सरकार का हम धन्यवादी हैं और हम कामना करते हैं कि आगे जो हेल्थ वर्कर हैं, जो भी हमारे स्टाफ के हेल्थ डिपार्टमेंट के हैं, सभी ये वैक्सीनेशन करवाएंगे और सुरक्षित रहेंगे। मैं यही कहांगी कि सारे वैक्सीनेशन करवानी चाहिए। सानू सरकार ते भरोसा होना चाहिए कि जो भी वैक्सीन उन्होंने कड्डी आ वो सारे लिए सेफ होगी। हाँ जी मैम, यही कहना चाहांगी बहुत औखा समा सारे ने कड्डिया बिना वैक्सीन तो, सारे डरे हुए थे, पर हुण सानू बहुत वधिया लग रहा है कि वैक्सीन आ गई है, हुण असीं सेफ आ सारे। लोगों वास्ते ना ये भी अवेयरनैस लियावांगे कि इस वैक्सीन नाल कोई डरन वाली गल नहीं, तुसीं असीं भी लवाई है, तुसीं भी लवा सकदे, कोई साइड इफेक्ट नहीं है। सनअती शहर लुधियाना में कोविड टीकाकरण की शुरुआत पंजाब के कैबिनेट मंत्री भारत भूषण आशू ने की। इस मौके जिले के डिप्टी कमिश्नर वरिंदर शर्मा ते पुलिस कमिश्नर राकेश अग्रवाल उचेचे तौर पर मौजूद सन। जिले के सिविल सर्जन सुखजीवन कक्कड़ ने दस्सिया कि लुधियाना जिले में 36,000 के करीब टीके प्राप्त होए और 5 पड़ावां तहत रजिस्टर किए गए 30,000 के करीब डॉक्टरों ते हैल्थ वर्करां नूं कोरोना वैक्सीन दी जाएगी। उन्होंने दस्सिया कि लुधियाना में सिविल हस्पताल समेत सब डिवीजन हस्पताल खन्ना, सिविल हस्पताल जगराओं तो इलावा DMC और CMC हस्पतालों में भी अज कोरोना टीकाकरण किया गया। फतेहगढ़ साहब के सिविल हस्पताल में डिप्टी कमिश्नर अमृत कौर गिल की हाज़री में कोविड टीकाकरण की शुरुआत हुई। सब तो पहला टीका फतेहगढ़ साहब के SMO डॉक्टर कुलदीप सिंह ने लगवाया। डिप्टी कमिश्नर ने दस्सिया कि जिले में कुल 9 टीकाकरण सेंटर बनाए गए सन, पर अज फतेहगढ़ साहब, मंडी गोबिंदगढ़ और खुमाणों में बने सेंटरों तो टीकाकरण मुहिम की शुरुआत की गई। इन्होंने तिन्हों थावां ते 100 कोरोना टीके लगाए गए। उन्होंने दस्सिया कि जिले भर में 3600 के करीब लाभपात्रियों के टीके लगाए जाएंगे। डिप्टी कमिश्नर ने जनता को कोरोना टीकों लैके फैलाईਆਂ जा रही अफवाहों तो बचने की अपील करदिआं ਵੱਖ-ਵੱਖ लोगों को टीकाकरण लई अगे आउण लई आखिया। अपील पहला भी की है, मैं हुण भी करनी चाहूँगी कि जिहड़ियां अफवाहां ना तो फैलाउण ते ना सुणन ते ध्यान देण। जिहड़ी चीज़ जे किसी नूं कोई एप्रीहेंशन है वो हैल्थ अथॉरिटीज़ नूं पुछया जा सकदा है। अपने आप एक दूसरे नाल अफवाहां फैला के इस चीज़ का जिहड़ा नैगेटिव असर ना होवे। ये वैक्सीन जिहड़ा हैगा ये सारिआं दे भले वास्ते ही है ते अपना जिस तरह कोविड टीका लगवाने वाले डॉक्टर कुलदीप सिंह ने कहा कि वो टीका लगवा के बिल्कुल तंदुरुस्त महसूस कर रहे हैं। होर लाभपात्री ने भी टीका लगने ते खुशी जाहिर की है। गुरदासपुर जिले के दीनानगर में पंजाब की कैबिनेट मंत्री अरुणा चौधरी ने टीकाकरण प्रोग्राम की शुरुआत की। उत्थे गुरदासपुर शहर के विधानकार बरिंदर मीत सिंह पहाड़ा नाल जिले के डिप्टी कमिश्नर मुहम्मद इशफाक भी वैक्सीन की शुरुआत समय मौजूद रहे। अरुणा चौधरी ने दस्सिया कि गुरदासपुर जिले में कोरोना वैक्सीन देने लई 3 सेंटर बनाए गए सन और हर सेंटर में 100 लाभपात्री रजिस्टर किए गए सन, जिन्हां सेहत कर्मी और पहली कतार के योद्धे शामिल सन। कोरोना टीकाकरण को लैके लोगों में काफ़ी उत्साह वेख्या गया। लाभपात्री टीका लगवा के काफ़ी खुश नज़र आए। तो इस दे नाल ही खबरों का बुलेटिन खत्म होया। आग्या दिओ, नमस्कार।